ਕੁਝ ਸਮਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਜ਼ਫਰਨਾਮੇ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੋ ਜੀ। ਕਿ ਖਵਾਜਾ ਹੈ ਮਰਦੂਦ ਸਾਏ ਦੀਵਾਰ ਬਾ ਮੈਦਾਨ ਆਮਦ ਬਾ ਮਰਦਾਨ ਵਾਰ दरेगा अगर रोए ओ दीद में बायक तीर लाचार बख्शीद में। साहिब सच्चे पातशाह कल दे बैंतां विच फुरमा के गए सन भी नाहर खान सूरमा कंध तो बाहर होया है ते मैं एक तीर ओनू बख्शिया। दूसरा अफगान खान जूझदा रहा है, मेरे दो सिंघां नू कहंदे शहीद करके फिर मेरे तीर दे सुपुर्द अपनी छाती कर दिती, मेरे हथों वो भी मारिया गया है। हुण कहंदे जेड़ा तेरा दिल्ली वल्लों भेजिया होया ख्वाजा मर्द नाम दा मुसलमान मुगल सी, जेड़ा 10 लाख फौजां लै करके तेरे चुनिंदा जरनैलां दे सहित मैनू खत्म करन पहुंचिया सी। औरंगजेब तेरी फौज विच जिथे कुछ नमक हलाल करन वाले ने उथे हराम करन वाले भी ने। हुण जदों इन्हां ने सिपाहियां वेख्या भी नाहर खान मारिया गया, अफगान खान मारिया गया, ते ख्वाजे नूं कहिंदे भी लोकां दे पुत मरवाउण आया, तैनूं की होया है, तनखाह भी ज्यादा लैना है, शकदा छकाउंदा भी चंगा है, सेहत भी तेरी चंगी है, तैनूं की होया है। दरबार विच ते बड़े फौड़ फड़के छड्डे सी भी बन के लै आवांगा, सिर कलम कर लियावांगा। हिम्मत जी करके पौड़ी ते चढ़दा, हिम्मत जी करके चमकौर दी गड़ी दी कंध तो कदम बाहर रखदा, पर नूरानी चेहरा ऐसा कलगीधर दा फिर डर जांदा है। एक सूरज वाली तकिया नहीं जांदा ते जेदा चमकारा लखां सूरजां तो भी हट के होवे, वध के होवे, ओदे मथे लगना किहड़ा सौखा है। कहंदे सुन दो ते शहादत दा जाम पी गए कि ख्वाजा है मरदूद साहे दीवार। नाम ते उन्हें रखिया सी ख्वाजा मर्द, कलगीधर कहंदे मरदूद निकलिया, कायर निकलिया। तेरी सेना दा एडा वड्डा जरनैल के ओ ख्वाजा ना तुहाडे वल्लों मर्द है, मेरे लिए मरदूद है, कायर है। मरदूद कहंदे ने कायर नूं। साहे दीवार साया छाया, जिहड़ी चमकौर दी गड़ी दी दीवार सी ओदे साए हेठों ही ना निकलिया। कहंदे ओदी छां हेठों ही ना निकलिया। बा मैदान आमद बा मरदान वार, मर्दां दा कम ओट लेना ओले होना नहीं, सामने होके जंग करदे ने। पर जेड़ा ए तेरा मर्द सी कहंदे
ਲੰਬਾ ਮੈਦਾਨ ਦੇ ਵਿੱਚ ਨਿਆਮਤ ਨਾ ਆਇਆ, ਨਾ ਇਹਨੇ ਕੋਈ ਦਲੇਰੀ ਨਾਲ ਵਾਰ ਕੀਤਾ ਹੈ, ਨਾ ਮੇਰਾ ਇਹ ਸਾਹਮਣਾ ਕਰ ਸਕਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਧਿਆਨ ਦੇ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਡਿਓ ਸੂਰਮਾ, ਅਬ ਜੂਜਨ ਕੋ ਦਾਓ। ਜਦੋਂ ਜੰਗ ਦੇ ਮੈਦਾਨ ਵਿੱਚ ਹੋਈਏ ਫਿਰ ਓਲਾ ਕਾਹਦਾ? ਫਿਰ ਤੇ ਕਹਿੰਦੇ ਨੇ ਸੂਰਾ ਸੋ ਪਹਿਚਾਨੀਐ, ਨਾ ਪਿੱਛੇ ਸੂਰਮਾ ਨਾ ਲੈਣਾ, ਨਾ ਦੇ ਅੱਗੇ ਬਹਾਦਰ ਲਾ ਲੈਣਾ, ਪਿੱਛੇ ਮਰਦ ਨਾ ਲੈਣਾ। ਨਾ ਗੱਲ ਤੇ ਨਹੀਂ ਨਾ ਬਣਦੀ। ਆਪਾਂ ਕਿੰਨੀ ਵਾਰ ਸੁਣਿਆ ਹੈ ਸਿਆਣੇ ਪੁਰਸ਼ਾਂ ਦੇ ਵਚਨ ਵੀ ਨਾਂ ਤੇ ਵੇਖਣ ਨੂੰ ਸਰਵਣ ਰਖਾਇਆ ਹੁੰਦਾ ਤੇ ਹੁੰਦਾ ਨਾ ਔਰੰਗਜ਼ੇਬ। ਦਰੇਗਾ ਅਗਰ ਰੋਏ ਉਹ ਦੀਦ में, बायक तीर लाचार बख्शीद में। दरेगा अगर आखण लगे ओ जे बंदा, दरेगा अगर जे कर दरेगा, मैनू अफसोस है जे कर ਉਹ ਕੰਧ ਦੀ ਓਟ ਤੋਂ ਬਾਹਰ ਆ ਜਾਂਦਾ, ਉਹ ਦੀਦ ਮੇ ਦੀਦਾਰ ਦੇ ਦਿੰਦਾ ਮੈਨੂੰ, ਮੇਰੇ ਨਜ਼ਰੀ ਪੈ ਜਾਂਦਾ। ਔਰੰਗਿਆ ਜਿੱਥਾਂ ਮੈਂ ਤੇਰੇ ਨਾਹਰ ਖਾਨ ਨੂੰ ਇੱਕ ਤੀਰ ਬਖਸ਼ਿਆ, ਬਾਯਕ ਤੀਰ ਲਾਚਾਰ, ਬਾਯਕ ਇੱਕ ਤੀਰ ਲਾਚਾਰ, ਅੰਤ ਨੂੰ ਬਖਸ਼ੀਦ ਮੈਂ ਉਹਦੀ ਛਾਤੀ ਨੂੰ ਵੀ ਬਖਸ਼ ਦੇਣਾ ਸੀ। ਕਾਇਰ ਨਿਕਲਿਆ, ਸਾਹਮਣੇ ਹੀ ਨਹੀਂ ਆਇਆ, ਲੋਕਾਂ ਦੇ ਪੁੱਤ ਮਰਵਾਉਣੇ ਜਾਣਦਾ ਸੀ। ਮੈਨੂੰ ਅਫਸੋਸ ਹੈ ਦਰੇਗਾ, ਮੈਨੂੰ ਅਫਸੋਸ ਹੈ ਇਸ ਗੱਲ ਦਾ। ਵੇਖੋ ਸ਼੍ਰੀ ਦਸਮ ਗ੍ਰੰਥ ਪੜਿਓ ਕਿਤੇ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਚੁੱਧ ਵਿਚਾਰੇ। ਦਸਮ ਪਾਤਸ਼ਾਹ ਵੀ ਸੂਰਾ ਸੋ ਪਹਿਚਾਨੀਏ ਨਾਲ ਮੇਲ ਖਾਂਦਾ ਹੋਇਆ ਉਹ ਅਕਸ਼ਰਾਂ ਨੂੰ ਬਾਣੀ ਦਾ ਲਿਬਾਸ ਬਣਾ ਕੇ ਸਮਝਾਉਂਦੇ ਨੇ, ਭਾਈ ਵੇਖ ਧੰਨ ਹੈ ਉਹ ਬੰਦਾ ਜਿਹਦੇ ਮੁਖ ਦੇ ਵਿੱਚ ਰਾਮ ਦਾ ਨਾਮ ਹੈ ਤੇ ਅੰਦਰ ਧਰਮ ਲਈ ਜੂਝਣ ਦਾ ਚਾਅ ਹੈ, ਉਮੰਗ ਹੈ। ਤੇ ਕਿਸੇ ਨੇ ਪੁੱਛਿਆ ਵੀ ਕਿਉਂ ਲੋਕਾਂ ਦੇ ਪਕਾਕੇ ਮਰਾਉਣੇ ਜੇ, ਕਿਉਂ ਗਰਮ ਜੀਆਂ ਗੱਲਾਂ ਕਰਦੇ ਜੇ? ਤੇ ਕਲਗੀਧਰ ਆਖਣ ਲੱਗੇ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੇ। ਕਹਿੰਦੇ ਜੇ ਨਾ ਜੰਗ ਵਿੱਚ ਵੀ ਸ਼ਹੀਦ ਹੋਇਆ, ਧਰਮ ਲਈ ਨਾ ਵੀ ਮਰਿਆ, ਤੇ ਮੰਜੇ ਤੇ ਮਰੇਗਾ ਹੀ, ਨਿਤ ਤੇ ਨਹੀਂ ਨਾ ਰਹਿਣੀ ਇਹ ਦੇਹ। ਤੇ ਕਹਿੰਦੇ ਮੈਂ ਤਾਂ ਕਹਿਣਾ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਰੁਤਬਾ ਪਾ ਲਵੇ। ਕਾਰਨ ਇਹ ਹੈ ਵੀ ਜਿਹੜਾ ਜੰਗ ਵਿੱਚ ਸ਼ਹੀਦ ਹੁੰਦਾ ਹੈ, ਜਸ ਨਾਵ ਚੜ੍ਹੈ, ਭਾਵੇਂ 500 ਵਰਾ ਬੀਤ ਜਾਵੇ, ਉਹ ਵਡਿਆਈ ਦੇ ਜਹਾਜ਼ ਤੇ ਚੜਿਆ ਹੀ ਰਹਿੰਦਾ, ਉਹ ਯਾਦ ਰਵੇਗਾ ਰਹਿੰਦੀ ਦੁਨੀਆ ਤੱਕ। ਦੇ ਮੰਜੇ ਤੇ ਪੈ ਕੇ ਮਰੇ ਦੀ ਤੇ ਇੱਕ ਅੱਧੀ ਬਰਸੀ ਹੈ ਜਾਂ ਵਰੀਨੇ ਦਾ ਪਾਠ ਹੈ, ਤੀਜੇ ਸਾਲ ਕੋਈ ਬਾਪੂ ਨੂੰ ਚੇਤੇ ਰੱਖਦਾ ਹੈ? ਨਹੀਂ। ਜਾਣਾ ਤੇ ਹਰ ਇੱਕ ਨੇ ਹੈ। ਛੋਟੇ ਛੋਟੇ ਬੱਚੇ ਨੀਆਂ 'ਚ ਖੜੇ ਨੇ ਤੇ ਵੱਡੇ ਸਾਹਿਬਜ਼ਾਦੇ ਨੇ ਛੋਟੇ ਕੋਲੋਂ ਪੁੱਛਿਆ ਵੀ ਵੇਖ ਵੀਰਾ, ਦਾਦੇ ਵਾਲਾ ਸਮਾਂ ਆ ਗਿਆ ਈ। ਵੱਡੇ ਨੇ ਬਾਬਾ ਜੋਰਾਵਰ ਸਿੰਘ ਨੇ ਮਹਾਨ ਬਾਬਾ ਫਤਿਹ ਸਿੰਘ ਜੀ ਨੂੰ ਪੁੱਛਿਆ, ਦਾਦੇ ਵਾਲਾ ਸਮਾਂ ਆ ਗਿਆ ਈ, ਕੀ ਕਰੀਏ? ਤੂੰ ਸੂਰਜ ਮੇਥੋਂ ਬਾਧਾਂ ਤੱਕਿਆ ਤੇ ਤੇਰਾ ਸੂਰਜ ਮੇਥੋਂ ਵੀਰਾ ਪਹਿਲਾਂ ਛਿਪ ਜਾਣਾ, ਕਿਉਂਕਿ ਇਹ ਜਿਹੜੀਆਂ ਇੱਟਾਂ ਨੇ ਤੇਰਾ ਕੱਦ ਕਾਠ ਛੋਟਾ, ਤੈਨੂੰ ਪਹਿਲਾਂ ਛੁਪਾ ਦੇਣਗੀਆਂ। ਕੀ ਕਰਨਾ ਚਾਹੀਦਾ?
जिंदगी गुजारनी है, आनंद मानने ने, लालच बड़े ने, तख्त दिते जा रहे ने, जवानी विच शहजादियां दे डोले मिलने ने, कई कई दासियां सेवा करन लई मिलनियां ने, माया पैरां विच रुलेगी, की करना चाहिदा, जिंदगी माणीए के दादे वाली खेड खेडीए। एक कवि लिखदा, ਉਹ ਜਿਹੜਾ ਛੋਟਾ ਸੀ ਉਹਨੇ ਆਖਿਆ, ਧਰਮ ਪਿਤਾਮੇ ਜਿਮ ਰਖ ਲੀਨਾ, ਫਿਰ ਵੀਰਾ ਦਾਦੇ ਵਾਲੀ ਖੇਡ ਖੇਡੀਏ। ਕਿਉਂ ਖੇਡੀਏ? ਵੱਡਾ ਕਹਿੰਦਾ ਕਿਉਂ ਖੇਡੀਏ, ਪਿਆਰ ਨਹੀਂ ਜ਼ਿੰਦਗੀ ਨਾਲ। ਕਹਿੰਦਾ ਇੱਕ ਚਾਹ ਹੈ, ਕਲਗੀਧਰ ਬਾਪੂ ਆਪਣੀ ਬਾਣੀ ਵਿੱਚ ਲਿਖਦੇ ਨੇ, ਜੈ 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 ਸੁਰ ਲੋਕ, ਰਹਿੰਦੀ ਦੁਨੀਆ ਤੱਕ ਦਾਦੇ ਵਾਂਗੂ ਜੈ ਜੈਕਾਰ ਹੋਵੇਗੀ, ਇਹ ਖੇਡ ਖੇਡੀਏ। ਮੰਜੇ ਤੇ ਮੌਤ ਆਇਆ ਤੇ ਜੈ ਜੈਕਾਰ ਨਹੀਂ ਨਾ ਹੋਈ ਕਿਸੇ ਦੀ। ਮੈਂ ਚਾਹੁੰਦਾ ਸੀ ਖਵਾਜਾ ਸਾਹਮਣੇ ਆ ਜਾਵੇ ਤੇ ਕਿਤੇ ਉਹ ਸ਼ਹਾਦਤ ਦਾ ਰੁਤਬਾ ਪਾ ਜਾਵੇ, ਪਰ ਉਹ ਜਿਹੜਾ ਬੰਦਾ ਸੀ ਉਹ ਨਿਕਲਿਆ ਕਾਇਰ, ਤੇ ਮੈਂ ਤੀਰ ਨਹੀਂ ਬਖਸ਼ਿਆ। ਅੰਤ ਨੂੰ ਬਖਸ਼ ਦਿੰਦਾ ਪਰ ਨਹੀਂ ਬਖਸ਼ਿਆ, ਦੀਦਾਰ ਹੀ ਨਹੀਂ ਦਿੱਤੇ, ਸਾਹਮਣੇ ਹੀ ਨਹੀਂ ਆਇਆ। ਅੱਗੇ ਕਹਿੰਦੇ, हम आखिर बसे जख्म तीरो तूफन, दो सूए बसे कुशत है शुद्ध बेद रंग। आखण लगे हम भी आखिर, कहंदे जंग दे मैदान अंदर आखिर बसे बहुते जख्म तीरो तुफंग, जदों गोलियां तीर चले ने, जंग दे मैदान अंदर जख्म बड़े लग रहे ने, लहू बड़ा वग रहा है। कहंदे दो सूए बसै कुश्ते, दोवां पासियां तो बसे बहुते कुश्ते कतल, ਦੋਵਾਂ ਪਾਸਿਆਂ ਤੋਂ ਤੀਰਾਂ ਦੀ ਬੌਛਾਰ ਅਤੇ ਗੋਲੀਆਂ ਦੀ ਵਰਖਾ ਦੇ ਕਾਰਨ ਕਤਲ ਬੜੇ ਹੋਏ ਨੇ। ਕਤਲਗਾਹ ਬਣ ਗਿਆ ਇਹ ਜਿਹੜਾ ਚਮਕੌਰ ਦਾ ਇਲਾਕਾ। ਸ਼ੁੱਧ ਬੇਦ ਰੰਗ, ਫੌਰਨ ਹੀ ਤੀਰਾਂ ਦੀ ਬੌਛਾਰ ਨੇ, ਗੋਲੀਆਂ ਦੀ ਬੌਛਾਰ ਨੇ ਚਮਕੌਰ ਦੀ ਗੜੀ ਦੇ ਇਰਦ ਗਿਰਦ ਇੱਕ ਕਤਲਗਾਹ ਬਣਾ ਦਿੱਤੀ ਹੈ, ਜਿਹਦੇ ਵਿੱਚ ਬੜੀਆਂ ਲਾਸ਼ਾਂ ਦੇ ਅੰਬਾਰ ਲੱਗ ਗਏ ਨੇ। ਅੱਗੇ ਫਰਮਾਉਣ ਲੱਗੇ, ਬਸੇ ਬਾਨ ਬਾਰੀਦ ਤੀਰੋ ਤੂਫਨ, जिमी गशत हम चुगुले लाल रंग। पोस्त दे फुल दा रंग बड़ा सोहना होता है। कनेडा अमरीका विच जाइए ना ते गोरे लोकां ने पार्कां दे बाहर पोस्त दे बूटे लाए हुंदे ने, वो फुल बड़े सोहने। साडे पंजाबियां जाके तोड़ तोड़ के चोरी डोडे खा ले। ਉਹ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਨਸ਼ਾ ਤੇ ਉਹ ਬੈਨ ਹੋ ਗਿਆ 5-7 ਸਾਲ। ਬੜਾ ਸੁੰਦਰ ਫੁੱਲ ਹੁੰਦਾ ਇਹਦਾ, ਐਨ ਲਾਲ ਰੰਗ। ਕਹਿੰਦੇ ਉਹ ਰੰਗਿਆ ਜਦੋਂ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਨੇ, ਜਦੋਂ ਦੋਵਾਂ ਪਾਸਿਆਂ ਤੋਂ ਵਰਖਾ ਹੋਈ ਹੈ ਨਾ, ਆਖਣ ਲੱਗੇ बसे बान बारीद, बसे बहुते बान तीर बारीद वरखा। जदों तीरां दी वरखा हुई है, तीरो तुफंग, इथे तीर दा अर्थ है गोली, बारीद वरखा, बान तीर ते अगे तीरो तुफंग। तुफंग ने बंदूक ने गोलियां दी वरखा कीती है। महानकोश पढ़ियो, तीर दा अर्थ गोली भी होता है। आखण लगे जदों जदों तीरां दी गोलियां दी
ਭਰਮਾਰ ਹੋ ਗਈ ਜੰਗ ਦੇ ਮੈਦਾਨ ਅੰਦਰ। ਜ਼ਿਮੀ ਗਸ਼ਤ ਹਮਚੂ ਗੋਲੇ ਲਾਲ ਰੰਗ, ਗੋਲੇ ਫੁੱਲ ਲਾਲੇ ਪੋਸਤ। ਧਰਤੀ ਇਉਂ ਲੱਗਦੀ ਹੈ, ਗਸ਼ਤ ਇਉਂ ਹੋ ਗਈ ਹੈ, ਜ਼ਿਮੀ ਇਦਾਂ ਦੀ ਹੋ ਗਈ ਹੈ ਜਿਵੇਂ ਪੋਸਤ ਦੇ ਫੁੱਲ ਤੋੜ ਤੋੜ ਕੇ ਸੁੱਟੇ ਹੋਣ। ਬਾਪੂ ਦੀ ਕਲਮ ਦਾ ਕਮਾਲ ਹੈ, ਕੌਣ ਲਿਖ ਸਕਦਾ ਐਸੀ ਲਿਖਤ। ਫਿਰਦੌਸੀਆ ਜੀਂਦਾ ਹੁੰਦਾ ਜਿਹਨੇ 60,000 ਬੈਂਤਾਂ ਦੀ ਕਵਿਤਾ ਲਿਖੀ ਸੀ, ਸ਼ਰਮ ਨਾਲ ਹੀ ਮਰ ਜਾਂਦਾ ਵੀ ਕਲਗੀਧਰ ਤੇਰੀ ਕਲਮ। ਉਹਦੀ ਕਲਮ ਮੁਰਦਿਆਂ ਵਿੱਚ ਜਾਨ ਪਾ ਦਿੰਦੀ ਹੈ। ਐਵੇਂ ਨਹੀਂ 700 ਸਾਲ ਪੁਰਾਣਾ ਤਖਤ ਰਾਜ ਪੁੱਟਿਆ ਮੁਗਲਾਂ ਦਾ, ਉਹਦੀ ਕਲਮ ਦੀ ਖੇਡ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਪ੍ਰੇਮ ਸਿਖਾਉਂਦੇ ਨੇ, ਪ੍ਰਭੂ ਤੱਕ ਪਹੁੰਚਣ ਦਾ ਰਸਤਾ ਸਿਖਾਉਂਦੇ ਨੇ। ਵੀਰ ਰਸੀ ਕਿਰਿਆ ਤੇ ਦਸਮ ਦਵੇਗਾ। ਕਈ ਕਹਿ ਦਿੰਦੇ ਜੀ ਕੀ ਗੱਲ ਹੈ, ਗੁਰੂ ਨਹੀਂ ਪੂਰਾ। ਨਹੀਂ, ਏਦਾਂ ਨਹੀਂ। ਮੈਂ ਪੁੱਛਦਾ ਵੀ ਕੀ ਗੱਲ ਹਰਮੰਦਰ ਨਹੀਂ ਪੂਰਾ ਜਿਹੜੀ ਅਕਾਲ ਤਖਤ ਬਣਾਉਣ ਦੀ ਲੋੜ ਪੈ ਗਈ? ਇਹ ਗੱਲ ਨਹੀਂ ਹੁੰਦੀ। ਆਪੋ ਆਪਣੀ ਡਿਊਟੀ ਹੈ। ਗੁਰੂ ਨਾਨਕ ਦੀ ਮਾਲਾ ਫੇਰਨ ਦੀ ਹੈ, ਕਲਗੀਧਰ ਦੀ ਤਲਵਾਰ ਵਾਹੁਣ ਦੀ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਨੇ, ਜੋ ਸ਼ੀਲਾਪਨ ਸਾਨੂੰ ਦਸਮ ਗ੍ਰੰਥ ਦੀ ਬਖਸ਼ਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਪੋਸਤ ਦੇ ਫੁੱਲਾਂ ਵਰਗਾ ਰੰਗ ਹੋ ਗਿਆ ਧਰਤੀ ਦਾ। ਅੱਗੇ ਕਹਿੰਦੇ, ਸਰੋ ਪਾਏ ਅੰਬੋ ਚੰਦਾ ਸ਼ੁਦੇ, ਕਿ ਮੈਦਾਪੁਰ ਅਜ਼ ਗੋਏ ਚੌਕਾਂ ਸ਼ੁਦੈ। ਸਾਹਿਬ ਕਹਿੰਦੇ ਸਰੋ ਪਾਏ, ਸਿਰ ਤੇ ਪੈਰ। ਵੇਖੋ ਉਸ ਕਲਾਕਾਰ ਦੀ ਖੇਡ, ਵੇਖੋ ਉਸ ਕਵੀ ਦੀ ਕਲਮ। ਕਹਿੰਦੇ ਜੰਗ ਦਾ ਮੈਦਾਨ ਔਰ ਰੰਗਿਆ ਇੱਕ ਖੇਡ ਦਾ ਮੈਦਾਨ ਲੱਗਾ। ਸਿਰ ਅਤੇ ਪੈਰ ਇਹਨਾਂ ਦੇ ਅੰਬਰ ਲੱਗੇ ਹੋਏ ਨੇ। ਕਿੱਡੇ ਕੁ ਢੇਰ ਲੱਗੇ ਹੋਣਗੇ, ਅੰਬਰਾਂ ਨੂੰ ਛੂ ਰਹੇ ਨੇ ਸਿਰ ਤੇ ਪੈਰ। ਏਦਾਂ ਉੱਡਦੇ ਨੇ, ਏਦਾਂ ਢੇਰੀਆਂ ਲੱਗੀਆਂ ਨੇ। ਚੰਦਾ ਸ਼ੁਦਾ, ਚੰਦਾ ਕਿਤਨੇ ਸ਼ੁਦਾ ਹੋ ਗਏ, ਇੰਨੇ ਕੁ ਹੋ ਗਏ। ਕਹਿੰਦਾ ਜੀ ਕਿੰਨੇ ਹੋ ਗਏ? ਏਦਾਂ ਸਿਰਾਂ ਅਤੇ ਲੱਤਾਂ ਬਾਹਾਂ ਦੇ ਢੇਰ ਲੱਗੇ ਸਨ ਕਿ ਮੈਦਾਪੁਰ ਅਜ਼ ਗੋਏ ਚੌਗਾਂ ਸ਼ੁਦੇ। ਮੈਦਾਪੁਰ ਅਜ਼ ਗੋਏ, ਮੈਦਾਨ ਦੇ ਵਿੱਚ ਕਹਿੰਦੇ ਗੋਏ ਖਿੱਦੂਆਂ। ਸਿਰਾਂ ਦੇ ਢੇਰ ਏਦਾਂ ਲੱਗੇ ਨੇ ਜਿੱਦਾਂ ਖੇਡ ਦੇ ਮੈਦਾਨ ਵਿੱਚ ਗੇਂਦਾਂ ਦੇ ਢੇਰ ਲੱਗੇ ਹੁੰਦੇ ਨੇ। ਤੇ ਗੇਂਦਾਂ ਕੱਲੀਆਂ ਤੇ ਨਹੀਂ ਨਾ, ਚੌਗਾਂ ਖੂੰਡੀਆਂ। ਲੱਤਾਂ ਤੇ ਬਾਹਾਂ ਖੂੰਡੀਆਂ ਹੌਕੀਆਂ ਲੱਗਦੀਆਂ ਨੇ। ਇਉਂ ਮਹਿਸੂਸ ਹੋਇਆ ਜੰਗ ਦਾ ਮੈਦਾਨ ਜਿਵੇਂ ਖੇਡ ਕੇ ਖਿਡਾਰੀਆਂ ਨੇ ਖਿੱਦੋ ਖੂੰਡੀਆਂ ਸੁੱਟ ਕੇ ਅੰਬਾਰ ਲਾਏ ਹੁੰਦੇ ਨੇ। ਏਦਾਂ ਕਹਿੰਦੇ ਮਹਿਸੂਸ ਹੋ ਰਿਹਾ ਹੈ। ਅੱਗੇ ਫਰਮਾਉਣ ਲੱਗੇ, ਇਹ ਇੱਕ ਤਰੀਕਾ ਹੈ ਜੰਗ ਨੂੰ ਬਿਆਨ ਕਰਨ ਦਾ। ਤੇ ਬਿਆਨ ਕਿੱਦਾਂ ਕਰਦੇ ਨੇ? ਤਰੰਕਾਰ ਤੀਰੋ ਤਰੰਕੇ ਕਮਾ, ਬਰਾਮਦ ਯਕੈ ਹਾਏ ਹੂ ਅਜ਼ ਜਹਾਂ। ਲਿਖਣ ਵਿੱਚ ਹਾਏ ਹੂ ਇਕੱਠਾ ਹੈ, ਬੋਲਣਾ ਹਾਏ ਹੂ। ਗੁਰੂ ਸਾਹਿਬ ਕਹਿੰਦੇ ਤਰੰਕਾਰ ਤੀਰੋ, ਜਦੋਂ ਤੀਰ ਚੱਲਦਾ ਹੈ ਤੇ ਤੜਕ ਤੜਕ ਦੀ ਆਵਾਜ਼ ਆਉਂਦੀ ਹੈ, ਤੜਕ ਤੜਕ ਦੀ ਆਵਾਜ਼ ਆਉਂਦੀ ਹੈ। ਤਰੰਕੇ ਕਮਾਂ, ਤੇ ਜਦੋਂ ਕੰਨ ਤੱਕ ਖਿੱਚ ਕੇ ਤੀਰ ਛੱਡੀਦਾ ਹੈ ਤੇ ਤੜਕਣੀਆਂ ਨਿਕਲਦੀਆਂ ਨੇ ਕਮਾਨ ਦੀਆਂ ਰੱਸੀ ਦੀਆਂ। ਟੁਣਕਾਰਾਂ ਪੈਂਦੀਆਂ ਨੇ। ਰਬਾਬ ਦੀ ਤਾਰ ਖਿੱਚ ਕੇ ਛੱਡ ਦਿਓ ਤੇ ਟੁਣਕਾਰ ਪੈਂਦੀ ਕਿ ਨਹੀਂ ਪੈਂਦੀ? ਕਹਿੰਦੇ ਤੜਕ ਤੜਕ ਕਰਦੇ ਤੀਰ ਚੱਲੇ ਰੰਗਿਆ।
ਤਾਰਾਂ ਕਮਾਨਾਂ ਦੀਆਂ ਟੁਣਕਦੀਆਂ ਨੇ, ਧਨੁੱਖ ਦੀਆਂ ਤਾਰਾਂ ਟੁਣਕਦੀਆਂ ਨੇ। ਔਰ ਕਹਿੰਦੇ ਏਦਾਂ ਮਹਿਸੂਸ ਹੋਇਆ ਬਰਾਮਦ ਯਕੈ ਹਾਏ ਹੂ ਅਜ਼ਜ਼ਾਹਾਂ, ਬਰਾਮਦ ਬਾਹਰ ਯਕੈ ਇੱਕੇ ਵਾਰ। ਜਦੋਂ ਇੱਕੇ ਵਾਰ ਸੂਰਮੇ ਤੰਦੀ ਤੇ ਤੀਰ ਚਾੜ ਕੇ ਛੱਡਦੇ ਨੇ, ਹਾਏ ਹੂ ਹਾਹਾਕਾਰ ਇਨਾ ਰੌਲਾ ਪੈਂਦਾ ਅਜ਼ਜ਼ਾਹਾਂ, ਜਿਵੇਂ ਸਾਰੇ ਸੰਸਾਰ ਦਾ ਸ਼ੋਰ ਚਮਕੌਰ ਵਿੱਚ ਹੀ ਪੈਦਾ ਹੋ ਗਿਆ ਹੋਵੇ। ਇਨਾ ਰੌਲਾ ਪਿਆ ਕਹਿੰਦੇ। ਤੇ ਜੰਗ ਦੇ ਮੈਦਾਨ ਵਿੱਚ ਹੋਸ਼ ਕਾਇਮ ਰੱਖਣੇ ਕਿਹੜੇ ਸੌਖੇ ਨੇ ਇੰਨੇ ਰੌਲੇ ਵਿੱਚ। ਮੈਂ ਕਈ ਵਾਰ ਵਿਚਾਰ ਕਰਦਾ ਹੁੰਨਾ ਵੀ ਜਦੋਂ ਸਿੰਘ ਸਾਹਿਬ ਅਰਦਾਸ ਕਰਦੇ ਨੇ, ਇੱਥੇ ਨਗਾਰਾ ਵੱਜਦਾ ਹੈ, ਬੜੀ ਉੱਚੀ ਵੱਜਦਾ ਹੈ। ਤੇ ਮੈਂ ਸਮਝਦਾ ਹੁੰਨਾ ਕੋਈ ਕਮੇਟੀ ਨੂੰ ਸ਼ਿਕਾਇਤ ਹੀ ਨਾ ਕਰਦੇ ਵੀ ਕੰਨਾਂ 'ਚ ਬੜਾ ਵੱਜਦਾ ਹੈ, ਬਹੁਤ ਉੱਚੀ ਆਵਾਜ਼ ਹੁੰਦੀ ਹੈ। ਤੇ ਰਹਿ ਨਹੀਂ ਦਿਆ ਕਰੋ, ਇਹ ਸਾਡੀ ਮਰਿਆਦਾ ਹੈ। ਰਣਜੀਤ ਨਗਾਰਾ ਬਣਾਇਆ ਸੀ ਗੁਰਾਂ ਨੇ, ਇਹਦੀ ਆਵਾਜ਼ ਸੁਣਨ ਦੇ ਨਾਲ ਜੋਸ਼ ਬੜਾ ਆਉਂਦਾ ਹੈ। ਤੇ ਬੁਝਦਿਲ ਕੰਬਦੇ ਵੀ ਨੇ, ਬੁਝਦਿਲ ਡਰਦੇ ਵੀ ਨੇ। ਹੁਣ ਸ਼ੋਰ ਦੇ ਵਿੱਚ, ਨਗਾਰਿਆਂ ਦੇ ਵਿੱਚ, ਟੁਣਕਾਰਾਂ ਦੇ ਵਿੱਚ, ਹਫੜਾ ਤਬੜੀ ਦੇ ਵਿੱਚ ਕਹਿੰਦੇ ਕੀ ਹੋਇਆ। ਅੱਗੇ ਫਰਮਾਉਂਦੇ ਨੇ ਦਿਗਰ ਸ਼ੋਰ ਸ਼ੇ ਕੈਬਰੇ ਕੀਨੇ ਕੋਸ਼, ਜੇ ਮਰਦਾਂ ਨੇ ਮਰਦਾਂ ਬਰੂ ਰਫਤ ਹੋਸ਼। ਕਹਿੰਦੇ ਉਧਰੋਂ ਦੂਸਰੇ ਬੰਨਿਓਂ ਤੀਰ ਚੱਲੇ, ਇੱਕ ਬੰਨਿਓਂ ਦੁਸ਼ਮਣ ਤੀਰ ਚਲਾਉਂਦਾ, ਦੂਜੇ ਬੰਨਿਓਂ ਜਵਾਬੀ ਤੀਰ ਚੱਲਦੇ ਨੇ। ਦਿਗਰ ਦੂਸਰੇ ਸ਼ੋਰ ਸ਼ੇ ਸ਼ੋਰ ਕੈਬਰੇ ਬਾਣ, ਜਦੋਂ ਦੂਜੇ ਬੰਨਿਓਂ ਤੀਰ ਚੱਲੇ ਸ਼ੋਰ ਦੂਣਾ ਹੋ ਗਿਆ। ਕੀਨੈ ਕੋਸ਼ ਮਾਰ ਕੀਤੀ ਦੂਜੇ ਬੰਨਿਓਂ ਤੀਰਾਂ ਨੇ, ਸ਼ੋਰ ਦੂਣਾ ਹੋ ਗਿਆ। ਹੁਣ ਜਿਹੜੇ ਤੇ ਸੀ ਨਾ ਵੱਡੇ ਦਿਲਾਂ ਵਾਲੇ, ਉਹਨਾਂ ਦੇ ਪੈਰ ਤੇ ਰਹੇ ਟਿਕੇ, ਤੇ ਜਿਹੜੇ ਮੇਰੇ ਵਰਗੇ ਸੀ ਨਾ ਡਰਾਕਲ, ਕਹਿੰਦੇ ਜੇ ਮਰਦਾਂ ਨੇ ਮਰਦਾਂ ਤੋਂ ਮਰਦ, ਸ਼ੂਰਬੀਰਾਂ ਤੋਂ ਸ਼ੂਰਬੀਰ, ਜੇ ਮਰਦਾਂ ਨੇ ਮਰਦਾਂ ਬਰੂ ਰਫਤ ਹੋਸ਼, ਬਰੂ ਬਾਹਰ ਰਫਤ ਚਲੀ ਗਈ। ਉਹਨਾਂ ਦੀ ਹਵਾ ਤਨ ਤੋਂ ਬਾਹਰ ਚਲੀ ਗਈ, ਉਹਨਾਂ ਦੇ ਹੋਸ਼ ਸਰੀਰ ਦਾ ਸਾਥ ਛੱਡ ਗਏ ਵੀ ਇੰਨਾ ਰੌਲਾ ਪਿਆ ਜੰਗ ਦੇ ਮੈਦਾਨ ਅੰਦਰ। ਮੁਰਦਿਆਂ ਦੇ ਢੇਰ ਲਾ ਦਿੱਤੇ ਗਏ। ਅੱਲਾ ਯਾਰ ਖਾਨ ਜੀ ਬੜਾ ਸੁੰਦਰ ਲਿਖਦੇ ਨੇ, ਕੁਸ਼ਤੋਂ ਕੀ ਏਕ ਆਨ में कुश्ते लगा दिए, सतगुरु ने अपनी तेग के जौहर दिखा दिए। मतलब समझिए, कहते जदों कलगीधर ने सरसा दे कंढे ते तलवार वाही है ना, जौहर दिखाया तलवार दा, ते जेड़ी कतार जिउंदे जागदे मर्दां दी सी, मैं अख झमक के देखिया, इन्ने समय विच मुर्दियां दी कतार बन गई। कोई आवाज नाल डिग पिया, कोई धार नाल डिग पिया, होश ना रहे, होश खत्म हो गए। मैं थोड़ा जिहा चानना पा दवां भी होश कायम रखने बड़े जरूरी है, भावें जंग दा मैदान है ते भावें इहदी दुनिया है। ते जदों नशा कर लईदा ना, होश कायम नहीं रहिंदा। ਵੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਨਸ਼ੇ ਤੋਂ ਡੱਕਿਆ। ਜੰਗ ਵਿੱਚ ਤੇ ਹੋਸ਼ ਸਾਡਾ ਕੀ ਕਾਇਮ ਰਹਿਣਾ, ਸਾਡਾ ਤੇ ਸਿੱਧਾ ਹੀ ਨਹੀਂ ਕਾਇਮ ਰਹਿੰਦਾ। ਜਿਹੜੇ ਕਦਮ ਚੱਲ ਕੇ ਆਉਣੇ ਚਾਹੀਦੇ ਸੀ ਗੁਰੂ ਨਾਨਕ ਦੇ ਦਰ ਵੱਲ, ਉਹ ਠੇਕੇ ਵੱਲ ਜਾ ਰਹੇ ਨੇ। ਜਿਹੜੇ ਕਦਮ ਜਾਣੇ ਚਾਹੀਦੇ ਸੀ ਚੱਲ ਕੇ ਗੁਰੂ ਅਮਰਦਾਸ ਦੇ ਦਰ ਵੱਲ, ਉਹ ਪਾਰਲਲ ਵੱਲ ਜਾ ਰਹੇ ਨੇ।
ਹੋਸ਼ ਕਾਇਮ ਰੱਖ, ਹੋਸ਼ ਕਾਇਮ ਚਾਹੀਦੇ, ਹੋਸ਼ ਕਾਇਮ ਨੇ ਤੇ ਜੈ ਜੈਕਾਰ ਹੈ, ਨਹੀਂ ਤੇ ਕੋਈ ਚਿਰਾਗ ਜਗਾਉਣ ਵਾਲਾ ਵੀ ਨਹੀਂ ਰਵੇਗਾ। ਰਾਵਣ ਦੇ ਹੋਸ਼ ਉੱਡ ਗਏ, ਅੱਜ ਤੱਕ ਲਾਂਤਾਂ ਨੇ ਕੋਈ ਵਡਿਆਈ ਨਹੀਂ ਦਿੰਦਾ। ਆਪਣੇ ਧਰਮ ਨਾਲ ਜੁੜ, ਲੋਕਾਂ ਨੂੰ ਤੇ ਅਸੀਂ ਕੀ ਡੱਕਣਾ, ਕਈ ਵਾਰ ਮੈਂ ਹੈਰਾਨ ਰਹਿ ਜਾਂਦੇ, ਅਸਰ ਕੀ ਹੋਵੇ ਤੇਰਾ। ਮੈਂ ਗਾਲਿਬ ਨੂੰ ਪੜਿਆ ਤੇ ਗਾਲਿਬ ਨੇ ਰਲਦੀ ਮਿਲਦੀ ਗੱਲ ਸਾਡੇ ਨਾਲ ਕਰ ਦਿੱਤੀ। ਗਾਲਿਬ ਕਹਿੰਦਾ ਵੀ ਇੱਕ ਗਿਆਨਵਾਨ ਉਸਤਾਦ ਬੰਦਾ, ਪ੍ਰਚਾਰਕ ਬੰਦਾ ਮੈਨੂੰ ਰੋਜ਼ ਸਮਝਾਇਆ ਕਰੇ। ਬਾਣੀ ਕੀ ਕਹਿੰਦੀ ਹੈ, ਅਵਰ ਉਪਦੇਸੈ ਆਪ ਨਾ ਕਰੈ। ਤੁਹਾਨੂੰ ਤੇ ਕਹਿ ਦਿੱਤਾ ਨਸ਼ਾ ਛੱਡ ਦਿਓ, ਕੇਸ ਰੱਖ ਲਓ, ਤੇ ਆਪ ਹੀ ਸਾਡੇ ਤੇ ਅਸਰ ਕੋਈ ਨਾ ਹੋਇਆ ਤੇ ਸਿੱਖੀ ਕਿੱਦਾਂ ਵਧੇ। ਮਹਾਰਾਜ ਕਹਿੰਦੇ ਮਾਨਸ ਭਰਿਆ ਆਣਿਆ। ਪ੍ਰਚਾਰਕ ਨੇ ਆਖਿਆ ਸਟੇਜ ਤੇ, ਜੀ ਮਹਾਰਾਜਾਂ ਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਦਿਮਾਗ ਵਿੱਚ ਫਰਕ ਪੈ ਜਾਂਦਾ ਸ਼ਰਾਬ ਨਾਲ। ਝੂਠਾ ਮਦਮੂਲ ਨਾ ਪੀਜੀ, ਨਾ ਪੀਆ ਕਰ। ਕਿਉਂ ਨਾ ਪੀਆ ਕਰ, ਸੁਰਤੀ ਬਿਰਤੀ ਵਿਗਾੜਦੀ ਹੈ, ਸੁਰਤੀ ਪਸ਼ੂ ਵਰਗੀ ਕਰਦੀ ਹੈ। ਤੇ ਮਜ਼ਾਂ ਦੇ 84 ਲੱਖ ਚੋਂ ਕੱਢ ਕੇ ਤੈਨੂੰ ਪਸ਼ੂ ਤੋਂ ਬੰਦਾ ਬਣਾਇਆ, ਤੂੰ ਫਿਰ ਪਸ਼ੂ ਬਣ ਗਿਆ। ਤੇ ਆਪ ਆਉਂਦਿਆਂ ਹੀ ਤਕਾਲਾ ਨੂੰ ਕਿੱਲੀ ਦੇ ਕਿਰਪਾਨ ਟੰਗੀ ਤੇ ਬੋਤਲ ਖੋਲ ਲਈ। ਹੁਣ ਅਸਰ ਕੀ ਹੋਵੇ ਦੱਸੋ ਮੈਨੂੰ। ਸਿੱਖੀ ਕਿੱਦਾਂ ਪ੍ਰਫੁੱਲਤ ਹੋਵੇ, ਤੇਰੇ ਕਹਿਣ ਦੇ ਉੱਤੇ ਕਿੱਦਾਂ ਕੋਈ ਖੰਡੇ ਦਾ ਅੰਮ੍ਰਿਤ ਛਕ ਲਵੇ। ਰੱਬ ਨੇ ਤੈਨੂੰ ਬੁਲਾਰਾ ਬਣਾ ਦਿੱਤਾ, ਜ਼ਬਾਨ ਤੇ ਬੜੀ ਚੱਲਦੀ ਹੈ। ਅਸਰ ਉਹਨਾਂ ਦਾ ਹੁੰਦਾ ਜਿਨ੍ਹਾਂ ਦਾ ਕੋਈ ਜੀਵਨ ਹੋਵੇ। ਇਹ ਨਹੀਂ ਜੀ ਬੜੇ ਗਿਆਨੀ ਜੀ ਨੇ ਗੱਲ ਬੜੀ ਕਰਦੇ ਨੇ, ਲੀਡਰਾਂ ਤੋਂ ਵੱਧ ਸਪੀਚ ਕਿਹਦੀ ਹੁੰਦੀ। ਇਹਦਾ ਮਤਲਬ ਇਹ ਤੇ ਨਹੀਂ ਵੀ ਉਹਨਾਂ ਦੇ ਪਿੱਛੇ ਸਿੱਖੀ ਪੈਦਾ ਹੋ ਜਾਵੇ। ਸਪੀਚ ਕਰਨ ਦੇ ਨਾਲ ਗਿਆਨੀ ਨਹੀਂ ਬਣੀਦਾ। ਬੁਲਾਰਾ ਤੇ ਹਿਟਲਰ ਬੜਾ ਸੀ, ਧਰਮੀ ਤੇ ਨਹੀਂ ਨਾ। ਔਰ ਓਡਾ ਬੁਲਾਰਾ ਹੋਇਆ ਹੀ ਕੋਈ ਨਹੀਂ ਜੇ। ਸੰਤ ਸਮਾਜ ਵਿੱਚ ਏਡਾ ਬੁਲਾਰਾ ਨਹੀਂ ਹੋਇਆ ਸਾਧੂਆਂ ਵਿੱਚ ਜਿੱਡਾ ਉਹ ਬੁਲਾਰਾ ਸੀ। ਉਹ ਗਾਲਿਬ ਕਹਿੰਦਾ ਵੀ ਉਹ ਜਿਹੜਾ ਉਸਤਾਦ ਸੀ ਮੈਨੂੰ ਮਿਲ ਪਿਆ। ਮਹਾਨ ਵਿਦਵਾਨ ਗਾਲਿਬ ਕਹਿੰਦਾ ਮਿਲਿਆ ਕਿੱਥੇ, ਕਹਿੰਦਾ ਮੈਂ ਠੇਕੇ ਦੇ ਅੰਦਰੋਂ ਬਾਹਰ ਆ ਰਿਹਾ ਸੀ, ਉਹ ਅੰਦਰ ਜਾ ਰਿਹਾ ਸੀ। ਤੇ ਤਕਾਲਾ ਨੂੰ ਸਵੇਰੇ ਮੈਨੂੰ ਰੋਜ਼ ਸਮਝਾਇਆ ਕਰੇ, ਗਾਲਿਬ ਜੀ ਬੜੇ ਵੱਡੇ ਕਵੀ ਜੇ ਨਾ ਪੀਆ ਕਰੋ, ਤੁਹਾਡੇ ਵੱਲ ਵੇਖ ਕੇ ਲੋਕਾਂ ਨੇ ਚੱਜ ਅਯਾਰ ਸਿੱਖਣਾ। ਕਹਿੰਦੇ ਮੇਰਾ ਟਾਕਰਾ ਹੋ ਗਿਆ, ਮੇਰਾ ਸਾਹਮਣਾ ਹੋ ਗਿਆ। ਤੇ ਮੈਂ ਇੱਕ ਗੱਲ ਆਖੀ ਸੀ ਉਸ ਪ੍ਰਚਾਰਕ ਨੂੰ, ਵਾਇਸ ਨੂੰ, ਉਪਦੇਸ਼ਕ ਨੂੰ ਵੀ, ਮੇਰੀ ਗੱਲ ਸੁਣ, ਤੂੰ ਐ ਰੱਬ ਦੇ ਘਰ ਦਾ ਬੰਦਾ, ਤੂੰ ਐ ਰੱਬ ਦੇ ਘਰ ਵਿੱਚ ਰਹਿਣ ਵਾਲਾ। ਕਿੱਥੇ ਠੇਕੇ ਦਾ ਦਰਵਾਜ਼ਾ ਤੇ ਕਿੱਥੇ ਮਸਜਿਦਾਂ ਮੰਦਰਾਂ ਦੇ ਦਰਵਾਜ਼ੇ। ਤੂੰ ਰੱਬ ਦੇ ਘਰ ਹੀ ਜਾਂਦਾ ਚੰਗਾ ਲੱਗਦਾ ਹੈ। ਤੂੰ ਤੇ ਸਾਨੂੰ ਰੋਕਣਾ ਸੀ, ਸਾਨੂੰ ਮਿਹਣੇ ਮਾਰਨੇ ਸੀ, ਸਾਨੂੰ ਸਮਝਾਉਣਾ ਸੀ। ਕੀ ਹੋ ਗਿਆ ਅੱਜ, ਕੀ ਹੋ ਗਿਆ ਤੇਰੀ ਵਿਚਾਰਧਾਰਾ ਨੂੰ, ਜਿਹਦੀ ਮੇਰੇ ਤੇ ਸਦਾ ਨਿਗਾਹ ਰਹਿੰਦੀ ਸੀ, ਨੁਕਤਾ ਚੀਨੀ ਕਰਦਾ ਸੀ। ਅੱਜ ਠੇਕੇ ਦੇ ਦਰਵਾਜ਼ੇ ਅੱਗੇ ਸਾਹਮਣਾ ਹੋ ਗਿਆ, ਫੜਿਆ ਗਿਆ। ਕਹਿੰਦੇ ਮੁਕਾਬਲਾ ਹੋਇਆ ਤੇ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਤੂੰ ਭਗਵਾਨ ਦੇ ਘਰ ਵਿੱਚ ਰਹਿਣ ਵਾਲਾ ਹੈ, ਤੈਨੂੰ ਸ਼ੈਤਾਨ ਦਾ ਘਰ ਸੋਭਾ ਨਹੀਂ ਦਿੰਦਾ। ਗਾਲਿਬ ਆਖਣ ਲੱਗੇ, ਗੱਲ ਨੂੰ ਸਮਝ। ਕਹਾਂ ਮਹਿਖਾਨੇ ਕਾ ਦਰਵਾਜ਼ਾ ਸਾਹਿਬ ਔਰ ਕਹਾਂ ਵਾਇਸ। ਕਿੱਥੇ ਪ੍ਰਚਾਰਕ ਤੇ ਕਿੱਥੇ ਠੇਕੇ ਦਾ ਦਰਵਾਜ਼ਾ। ਕਿ ਕਲ ਉਹ ਜਾਥਾ ਥਾ ਕਿ ਜਬ ਹਮ ਨਿਕਲੇ, ਮੈਂ ਨਿਕਲਿਆ ਤੇ ਉਹ ਅੰਦਰ ਜਾ ਰਿਹਾ ਸੀ। ਕਾਹਦਾ ਤੂੰ ਪ੍ਰਚਾਰਕ ਹੈ, ਕਾਹਦਾ ਤੂੰ ਰਾਜ ਖਾਲਸੇ ਦਾ ਲੈ ਕੇ ਆਵੇਂਗਾ। ਉਹ ਜਿੰਨਾ 17 ਵੱਲ ਦਿੱਲੀ ਜਿੱਤੀ ਹੈ, ਉਹਨਾਂ ਦਾ ਨਿਤਨੇਮ ਬੜਾ ਸੀ, ਉਹਨਾਂ ਦਾ ਜੀਵਨ ਬੜਾ ਸੀ। ਜੀਵਨ ਬਣਾ, ਜ਼ੁਬਾਨ ਤੇ ਸਿਆਸੀ ਬੰਦੇ ਵੀ ਚਲਾ ਲੈਂਦੇ ਨੇ। ਜੀਵਨ ਬਣ ਗਿਆ ਤੇ ਤੇਰੀ ਜ਼ੁਬਾਨ ਦੇ ਪਿੱਛੇ ਕਤਾਰਾਂ ਲੱਗਣਗੀਆਂ, ਖੰਡੇ ਦਾ ਅੰਮ੍ਰਿਤ ਛਕਣਗੇ। ਜੀਵਨ ਹੈ ਨਹੀਂ, ਹੋਸ਼ ਹੈ ਨਹੀਂ, ਹੋਸ਼ ਖਤਮ ਹੈ।
ਭਾਵੇਂ ਦੁਨੀਆ ਤੇ ਜੰਗ ਦਾ ਮੈਦਾਨ, ਜਿਹਨੂੰ ਹੋਸ਼ ਨਾ ਰਿਹਾ ਉਹਨੇ ਹਾਰ ਖਾਣੀ ਖਾਣੀ। ਸਾਹਿਬ ਕਹਿੰਦੇ ਦਿਗਰ ਸ਼ੋਰ ਸੇ ਕੈਬਰੇ ਕੀਨੇ ਕੋਸ਼। ਪ੍ਰਕਰਮ ਵੜ ਲਾਈਏ, ਹੋਸ਼ ਤੋਂ ਚੇਤਾ ਆ ਗਿਆ ਸੀ ਕਿਉਂਕਿ ਬਹੁਤੇ ਬੇਹੋਸ਼ ਹਾਂ। ਦਿਗਰ ਦੂਸਰੇ ਸ਼ੋਰ ਸੇ, ਦੂਜੇ ਸ਼ੋਰ ਤੋਂ ਜਦੋਂ ਕੈਬਰੇ ਬਾਣ ਚੱਲੇ ਨੇ, ਬਾਣਾ ਦੀ ਮਾਰ ਹੋਈ ਹੈ। ਬੜੇ ਬੜੇ ਜੇ ਮਰਦਾਂ ਨੇ ਮਰਦਾਂ ਬਰੂ ਰਫਤ ਹੋਸ਼। ਬੜੇ ਬੜੇ ਮਰਦਾਂ ਦੇ ਹੋਸ਼ ਉੱਡ ਕੇ ਧਰਤੀ ਤੇ ਡਿੱਗ ਪਏ। ਹਮ ਆਖਿਰ ਚ ਮਰਦੀ ਕੁਨਦ ਕਾਰਜ਼ਾਰ ਕੇ ਬਰ ਚਹਿਲ ਤਨ ਆਏ ਦਸ਼ ਬੇਸ਼ੁਮਾਰ। ਕਹਿੰਦੇ ਮੇਰੇ ਭੁੱਖੇ ਭਾਣੇ ਸਿੰਘ ਫਿਰ ਉਸੇ ਪ੍ਰਕਰਨ ਵੱਲ ਮੁੜੇ ਨੇ। ਔਰੰਗਜ਼ੇਬ ਬੜੀ ਦਲੇਰੀ ਨਾਲ ਲੜੇ। 10 ਲੱਖ ਦਾ ਘੇਰਾ ਵੇਖ ਕੇ ਉਹਨਾਂ ਦੀਆਂ ਲੱਤਾਂ ਨਹੀਂ ਕੰਬੀਆਂ। ਜੋ ਭਾਗੇ ਤਿਸ ਜੂਨੀ ਫਿਰਨਾ, ਮੇਰੇ ਸੂਰਮੇ ਦੌੜਨ ਵਾਲੇ ਨਹੀਂ ਸਨ। ਹਮ ਆਖਰ ਚ ਮਰਦੀ, ਅੰਤ ਨੂੰ ਦੱਸ। ਇਹ ਮਰਦਾਂ ਵਾਲੀ ਕੁਨਦ ਕਾਰਜ਼ਾਰ ਕੀ ਕਰਦੇ ਅਸੀਂ ਯੁੱਧ ਵਿੱਚ? ਮਰਦਾਨਗੀ ਵਾਲੀ ਕਾਰ, ਅੰਤ ਨੂੰ 10 ਲੱਖ ਬੜਾ ਹੁੰਦਾ ਹੈ। ਬਖਸ਼ਿਸ਼ ਹੈ, ਦਲੇਰੀ ਹੈ। 1.25 ਲੱਖ ਨਾਲ ਸਿੱਖ ਲੜਦਾ ਪਰ ਤਨ ਮਿੱਟੀ ਹੈ। ਇਹਨੇ ਖੁਰਨਾ, ਇਹਨੇ ਡਿੱਗਣਾ, ਇਹਨੇ ਢਹਿਣਾ। ਇਹ ਲੋਹੇ ਦਾ ਤੇ ਬਣਿਆ ਨਹੀਂ। ਮਰਦਾਂ ਵਾਲੀ ਕਾਰ ਮੇਰੇ ਸੂਰਮੇ ਕੀ ਕਰਦੇ? ਕਾਰਨ ਕੀ ਸੀ ਕਿ ਬਰ ਚਹਿਲ ਤਨ, ਕੇਵਲ ਚਹਿਲ 40 ਜਾਣੇ ਸਾਂ ਸੀ। ਆਏ ਦਸ਼ ਆ ਗਏ ਬੇਸ਼ੁਮਾਰ, ਤੇਰੇ ਲੱਖਾਂ ਹੀ ਸਿਪਾਹੀ ਮੱਖੀਆਂ ਵਾਂਗ ਚੜ ਕੇ ਆ ਗਏ। ਦਾਸੇ ਮਰਦਾਂ ਵਾਲੀ ਕਾਰ ਕਿੰਨਾ ਕੁ ਚਿਰ ਚੱਲ? ਅੰਤ ਨੂੰ ਤੇ ਤਨ ਚੋਂ ਪ੍ਰਾਣ ਜਾਣੇ ਹੀ ਸਨ। ਮਰਦੂਦ ਨੇ ਕਹਿੰਦੇ ਆਉਂਦਿਆਂ ਕਿਹਾ ਸੀ ਵੀ ਗੱਲ ਸੁਣੋ ਧਿਆਨ ਨਾਲ। ਕੀ ਗੱਲ ਹੈ? ਸਿੰਘ 40 ਸ਼ੁਦਾ ਸੇ ਬਿਹਾਲੇ, ਕਹਾਂ ਵੀਰ ਲਾਖੋਂ ਫਿਰੇ ਆਲ ਬਾਲੇ। ਸੂਰਜ ਪ੍ਰਕਾਸ਼ ਪੜਿਓ, ਇਤਿਹਾਸ ਨੂੰ ਸਮਾਂ ਦਿਆ ਕਰੋ। ਵੱਡਿਆਂ ਦੇ ਕਾਰਨਾਮੇ ਵੇਖੋ, ਕਿੱਥੇ ਤੇ ਅਸੀਂ ਕਿੱਥੇ ਪਹੁੰਚ ਗਏ। ਖਵਾਜਾ ਮਰਦੂਦ ਜਿਹੜਾ ਕੰਧੋਲੇ ਲੁਕਿਆ ਸੀ ਨਾ, ਜਿਹਦਾ ਜ਼ਿਕਰ ਪਿੱਛੇ ਕੀਤਾ ਗੁਰਾਂ, ਉਹ ਕਹਿੰਦਾ ਓਏ 40 ਭੁੱਖੇ ਸਿੰਘ, ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੇ, ਮਾਲਾ ਫੇਰਨ ਵਾਲੇ ਲੋਕ, ਤੁਸੀਂ ਤੀਰਾਂ ਤਲਵਾਰਾਂ ਦੀ ਛਾਂ ਥੱਲੇ ਪੈਦਾ ਹੋਏ ਲੋਕ, ਤੇ 40 ਭੁੱਖਿਆਂ ਨੂੰ ਫੜ ਕਿਉਂ ਨਹੀਂ ਲੈਂਦੇ? ਗੜੀ ਤੇ ਹਮਲਾ ਕਰਕੇ ਡਰਦੇ ਕਿਉਂ ਜੇ? ਕੰਬਦੇ ਕਿਉਂ ਜੇ? ਕੰਧਾਂ ਓਲੇ ਕਿਉਂ ਲੁਕਦੇ ਜੇ? ਤੇ ਆਪ ਕੰਧ ਓਲੇ ਹੀ ਨਹੀਂ ਸੀ ਨਿਕਲਿਆ। ਗੱਪਾਂ ਮਾਰਨ ਵਾਲਾ। ਕਈਆਂ ਦਾ ਸੁਭਾਅ ਹੁੰਦਾ ਦੂਜੇ ਨੂੰ ਮਰਵਾਓ ਤੇ ਆਪ ਪਿੱਛੇ ਆਨੰਦ ਮਾਣੋ। ਦੂਜੇ ਦੀ ਸ਼ਹੀਦੀ ਕਰਵਾਓ ਤੇ ਆਪ ਗੋਲਕਾਂ ਲਾ ਲਓ। ਨਹੀਂ, ਮਹਾਰਾਜ ਕਹਿੰਦੇ ਇਦਾਂ ਨਹੀਂ। ਕਹਿੰਦੇ ਕੀ ਕਰਦੇ ਦੱਸ? 40 ਕੀ ਕਰਦੇ? 10 ਲੱਖ ਦਾ ਘੇਰਾ ਸੀ। ਜੰਗ ਕਰਦਿਆਂ ਕਰਦਿਆਂ ਮਾਰੋ ਮਾਰ ਕਰਦਿਆਂ ਕਰਦਿਆਂ ਰਾਤ ਹੋਣ ਲੱਗੀ ਹੈ। ਤੇ ਵੇਖੋ ਉਸ ਕਲਗੀਧਰ ਪਿਤਾ ਨੇ ਕੈਸੀ ਕਲਮ ਫੇਰੀ ਹੈ। ਐਸੀ ਉਦਾਹਰਣ ਦੁਨੀਆ ਵਿੱਚ ਕਿਸੇ ਕਲਮ ਨੇ ਨਹੀਂ ਦਿੱਤੀ। ਅੱਖਰ ਵੇਖੋ, ਚਰਾਗੇ ਜਹਾਂ ਚੋਂ ਸ਼ੋਦੈ ਬੁਰ ਕੈ ਪੋਸ਼, ਸ਼ਬੇ ਸ਼ਹਿਬ ਰਾਮਦ ਹਮੈ ਜਲਵੈ ਜੋਸ਼। ਚਰਾਗੇ ਜਹਾਨ, ਕਿਸੇ ਦੇ ਘਰ ਕਾਕਾ ਪੈਦਾ ਹੋ ਗਿਆ ਤੇ ਮਾਂ ਨੇ ਆਖਿਆ ਜੀ ਮੇਰੇ ਘਰ ਦਾ ਚਿਰਾਗ ਹੈ, ਪੀੜੀ ਅੱਗੇ ਤੁਰੇਗਾ। ਪਿਤਾ ਨੇ ਆਖਿਆ ਵਾਕਿਆ ਹੀ ਘਰ ਦਾ ਚਿਰਾਗ ਹੈ, ਇਹ ਤੇ ਹੋ ਗਿਆ ਇੱਕੇ ਘਰ ਦਾ ਦੀਵਾ। ਤੇ ਧੀ ਪੈਦਾ ਹੋ ਗਈ ਜਿੱਤੋਂ ਅਸੀਂ ਨਫ਼ਰਤ ਕਰਦੇ। ਤੇ ਸੂਝਵਾਨ ਮਾਤਾ ਪਿਤਾ ਨੇ ਵਿਆਹ ਦਿੱਤਾ। ਜਦੋਂ ਸਹੁਰਿਆਂ ਘਰ ਗਈ ਤੇ ਮਹੀਨੇ ਕੁ ਬਾਅਦ ਇਹ ਸੁਨਾ ਮਿਲਿਆ, ਜਦੋਂ ਮੇਲ ਮਿਲਾਪ ਹੋਏ, ਜੀ ਤੁਹਾਡੀ ਧੀ ਨੇ ਸਾਡਾ ਘਰ ਰੁਸ਼ਨਾ ਦਿੱਤਾ ਹੈ। ਤੇ ਸਹਿ ਸੁਭਾਅ ਬੱਧੋ ਰੁੱਧੀ ਦੇ ਜਿਹੜੇ ਸੀ ਨਾ, ਇਹ ਪੇਕੇ ਕੁੜੀ ਦੇ ਜਿਹੜੇ ਬੋਝ ਸਮਝਦੇ ਸੀ, ਉਹ ਕਹਿੰਦੇ ਜੀ ਜੇ ਤੁਹਾਡਾ ਘਰ ਰੁਸ਼ਨਾਇਆ ਤੇ ਸਾਡੇ ਘਰ ਦੀ ਵੀ ਜੋਤ ਸੀ। ਇਹ ਬਣ ਗਈ ਦੋਹਾਂ ਘਰਾਂ ਦੀ ਜੋਤ। ਇਹ ਦੋਹਾਂ ਘਰਾਂ ਦਾ ਦੀਵਾ, ਪਰ ਸੂਰਜ ਸਾਰੀ ਕਾਇਨਾਤ ਦਾ ਦੀਵਾ ਹੈ।
ਸਾਰਿਆਂ ਨੂੰ ਚਾਨਣ ਦਿੱਤਾ, ਇਹਨੇ ਦੇ ਟੱਬਰ ਨੂੰ ਹੀ ਦੇਣਾ। ਕਹਿੰਦੇ ਚਰਾਗੇ ਜਹਾਨ ਚੂੰ ਸ਼ੁਦੈ ਬੁਰਕੈ ਪੋਸ਼, ਜਹਾਨ ਦਾ ਚਰਾਗ, ਜਹਾਨ ਦਾ ਦੀਵਾ ਜੋ ਸੂਰਜ ਹੈ, ਸ਼ੁਦੈ ਬੁਰਕੈ ਪੋਸ਼, ਕਹਿੰਦੇ ਬੁਰਕਾ ਪਾ ਲਿਆ ਉਹਨੇ। ਬੁਰਕਾ ਕਾਲੇ ਰੰਗ ਦਾ ਹੁੰਦਾ ਨਾ, ਵੇਖੋ ਉਹਦੇ ਅੱਖਰ, ਵੇਖੋ ਉਹਦਾ ਕਲਮ ਦਾ ਕਮਾਲ। ਕਹਿੰਦੇ ਰਾਤ ਰੂਪੀ ਬੁਰਕਾ ਪਾ ਲਿਆ ਸੂਰਜ ਨੇ, ਹਨੇਰੇ ਦਾ ਲਿਬਾਸ ਪਾ ਲਿਆ ਸੂਰਜ ਨੇ। ਜੰਗ ਕਰਦਿਆਂ ਕਰਦਿਆਂ ਰਾਤ ਪੈ ਗਈ ਤੇ ਕਹਿੰਦੇ ਫਿਰ ਕਿਹਦਾ ਰਾਜ ਹੋਇਆ ਰਾਤ ਨੂੰ? ਰਾਤ ਨੂੰ ਫਿਰ ਕਿੰਨੇ ਜਲਵਾ ਬਖੇਰਿਆ, ਤਾਕਤ ਬਖੇਰੀ ਐ। ਸ਼ਬੈ ਸ਼ਹਿ ਬਰਾਮਦ ਹਮ ਜਲਵਹ ਜੋਸ਼, ਸ਼ਬੈ ਰਾਤ ਸ਼ਾਹ ਬਾਦਸ਼ਾਹ, ਰਾਤ ਦਾ ਬਾਦਸ਼ਾਹ ਵਾਹਿਗੁਰੂ ਚੰਦਰਮਾ। ਜਦੋਂ ਸੂਰਜ ਨੇ ਬੁਰਕਾ ਪਾ ਲਿਆ ਤੇ ਫਿਰ ਜਿਹੜਾ ਰਾਤ ਦਾ ਬਾਦਸ਼ਾਹ ਸੀ ਬਰਾਮਦ ਪੂਰੇ ਜ਼ੋਰ ਦੇ ਨਾਲ ਚੜਿਆ, ਉਹ ਫਿਰ ਖਾ ਗਿਆ ਸੂਰਜ ਨੂੰ, ਖਾ ਗਿਆ ਦਿਨ ਨੂੰ। ਹਮੈ ਜਲਵੈ ਜੋਸ਼, ਹਮੈ ਸਾਰਾ ਜਲਵੇ ਪ੍ਰਕਾਸ਼। ਆਪਣੀ ਸਾਰੀ ਸੈਨਾ, ਆਪਣਾ ਸਾਰਾ ਪ੍ਰਕਾਸ਼, ਆਪਣੀ ਸਾਰੀ ਤੇਜ਼ੀ ਦੇ ਨਾਲ ਜੋਰਾ ਜਬਰੀ ਫਿਰ ਕਹਿੰਦੇ ਚੰਦਰਮਾ ਚੜ ਗਿਆ। ਜੰਗ ਦੀ ਕਥਾ ਜੋ ਹੈ ਦਿਨ ਰਾਤ ਵੀ ਏਦਾਂ ਚੜਾ ਰਹੇ ਨੇ, ਵੇਖੋ ਜ਼ੋਰ ਨਾਲ ਕਹਿੰਦੇ ਚੜ ਗਿਆ। ਆਖਣ ਲੱਗੇ ਰਾਤ ਪੈ ਗਈ, ਪਰ ਔਰੰਗਿਆ ਰਾਤ ਦਾ ਖਤਰਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਸਿਰ ਤੇ ਸਾਈਂ ਦਾ, ਖੁਦਾ ਦਾ ਹੱਥ ਨਾ ਹੋਵੇ। ਵੇਖੋ ਛੇਵੇਂ ਬਾਦਸ਼ਾਹ ਤੇ ਜਿੰਨੇ ਹਮਲੇ ਹੋਏ ਰਾਤ ਨੂੰ ਹੋਏ, ਇਸੇ ਤਰ੍ਹਾਂ ਹੀ ਗੁਰਾਂ ਤੇ, ਕਿਉਂਕਿ ਦੁਸ਼ਮਣ ਜੇ ਤੋਂ ਭੈ ਪੀਤ ਹੁੰਦਾ ਉਹਦਾ ਨੁਕਸਾਨ ਰਾਤ ਨੂੰ ਹੀ ਕਰਨਾ ਚਾਹੁੰਦਾ। ਦਿਨੇ ਤੇ ਹਿੰਮਤ ਹੀ ਨਹੀਂ, ਖਵਾਜਾ ਮਰਦੂਦ ਸਾਹਮਣੇ ਹੋ ਜਾਵੇ ਕਾਇਰ ਬੰਦਾ। ਕਾਇਰ ਜਦੋਂ ਵਾਰ ਕਰੇਗਾ ਹਨੇਰੇ ਵਿੱਚ ਤੇ ਪਿੱਠ ਤੇ ਕਰੇਗਾ। ਕਹਿੰਦੇ ਤੂੰ ਸਮਝਦਾ ਰਾਤ ਨੂੰ ਹੀ ਫੜਿਆ ਜਾਵੇਗਾ ਕਲਗੀਧਰ, ਪਤਾ ਮੈਂ ਰਾਤ ਨੂੰ ਕੀ ਕੀਤਾ ਹੈ, ਕੀ ਕਾਰਨ ਬਣਿਆ ਮੇਰਾ ਰਾਤ ਨੂੰ ਕਿਲੇ ਚੋਂ ਨਿਕਲਣ ਦਾ। ਆਖਣ ਲੱਗੇ ਹਰਾਂ ਕਸ ਕੇ ਕੌਲੇ ਕੁਰਾਂ ਆਏ ਦਸ਼, ਹਰ ਆਂਕਸ ਕੇ ਕੌਲੇ ਕੁਰਾਂ ਆਏ ਦਸ਼। ਕਹਿੰਦੇ ਰੱਬ ਦਾ ਨਾਮ ਜਿਹੜੀ ਵੀ ਪੁਸਤਕ ਵਿੱਚ ਹੋਵੇ ਨਾ, ਕਹਿੰਦੇ ਉਸ ਪੁਸਤਕ ਨੂੰ ਮੈਂ ਰੱਬ ਦਾ ਹੀ ਰੂਪ ਸਮਝਦਾ। ਵੇਖੋ ਕੈਸੀ ਪ੍ਰੇਮ ਦੀ ਭਾਵਨਾ। ਕੁਰਾਨ ਨੂੰ ਮਾੜਾ ਨਹੀਂ ਕਹਿੰਦੇ, ਗੀਤਾ ਨੂੰ ਮਾੜਾ ਨਹੀਂ ਕਹਿੰਦੇ। ਠੀਕ ਹੈ ਮੁਗਲ ਮਾੜੇ ਹੋ ਗਏ, ਪਰ ਕਾਇਨਾਤ ਵਿੱਚ ਸਾਰੇ ਮੁਸਲਮਾਨ ਨਹੀਂ ਮਾੜੇ। ਚੰਦੂ ਮਾੜਾ ਹੋ ਗਿਆ, ਗੰਗੂ ਮਾੜਾ ਹੋ ਗਿਆ, ਟੋਡਰ ਮੱਲ ਵੀ ਇੱਥੇ ਮੌਜੂਦ ਹੈ। ਸਾਰੇ ਹਿੰਦੂ ਨਹੀਂ ਥੇ, ਨਾ ਸਾਰੇ ਸਿੱਖ ਹੀ, ਵਿਰਲੇ ਹੁੰਦੇ ਨੇ ਵਿੱਚ ਜਿਹੜੇ ਨਾਪਾਕ ਬੰਦੇ ਔਰੰਗਜ਼ੇਬ ਵਰਗੇ ਧਰਮ ਨੂੰ ਮੈਲਿਆਂ ਕਰਦੇ ਨੇ। ਪਰ ਧਰਮ ਮੈਲਾ ਨਹੀਂ ਹੁੰਦਾ, ਇਤਿਹਾਸ ਵਿੱਚ ਇਹ ਧੁੰਦਲੇ ਮੈਲੇ ਹੋ ਜਾਂਦੇ ਨੇ। ਹਰਾਂਕਸ ਕਹਿੰਦੇ ਜੇ ਕੋਈ ਕਿ ਕੌਲੇ ਕੁਰਾਂ ਆਏ ਦਸ਼, ਜਿਹੜਾ ਕੁਰਾਨ ਦੇ ਕੌਲ ਵਿੱਚ ਸਹੁੰ ਹੇਠ ਆ ਜਾਵੇ। ਤੂੰ ਸਹੁੰ ਖਾਦੀ ਤੇ ਮੈਂ ਮੰਨ ਲਈ। ਹੁਣ ਸਹੁੰ ਖਾਣ ਵਾਲਾ ਤੇ ਧੋਖਾ ਦਵੇ ਤੇ ਰੱਬ ਉਹਦੀ ਸਹਾਇਤਾ ਨਾ ਕਰੇ। ਜਿਨੇ ਰੱਬ ਦੇ ਨਾਮ ਨੂੰ ਸੱਚਾ ਜਾਣ ਕੇ ਕਸਮ ਮੰਨੀ ਸੀ, ਉਹਦੀ ਮਦਦ ਤੇ ਉਹ ਰੱਬ ਦਾ ਨਾਮ ਕਰੇਗਾ ਹੀ ਨਾ। ਤੂੰ ਕਹਿੰਦੇ ਖਾਦੀ ਝੂਠੀ ਕਸਮ ਤੇ ਅਸੀਂ ਕਹਿੰਦੇ ਕੁਰਾਨ ਦੀ ਕਸਮ ਥੱਲੇ ਆ ਗਏ, ਮੰਨ ਲਈ। ਨਾ ਮੰਨਦੇ ਤੇ ਕਿੰਨੇ ਮੰਨਣਾ ਸੀ ਧਰਮ। ਹੋਇਆ ਕੀ ਹਨੇਰਾ ਬੜਾ ਹੈ ਕਿ ਯਸਦਾ ਬਰੋ ਰਹਿਨੁਮਾ ਆਏ ਦਸ਼। ਯਸਦਾ ਇਕਲੌਤਾ ਖੁਦਾ, ਇੱਕ ਓੰਕਾਰ ਜੋ ਇੱਕ ਹੀ ਹੈ। ਬਰੋ ਕਹਿੰਦੇ ਮੇਰੇ ਉੱਪਰ ਸੂਰਜ ਬਣ ਕੇ ਆ ਗਿਆ। 10 ਲੱਖ ਦਾ ਤੇਰਾ ਘੇਰਾ ਹੈ। ਸਿੰਘਾਂ ਨੇ ਬੇਨਤੀ ਕੀਤੀ ਨਾ ਪੰਜਾਂ ਪਿਆਰਿਆਂ ਦੇ ਰੂਪ ਵਿੱਚ, ਕਲਗੀਆਂ ਵਾਲੇ ਬਾਪੂ ਚਲਿਆ ਜਾ।
ਖਾਲਸਾ ਪੰਥ ਐਸਾ ਗੁਰੂ ਕਿੱਥੋਂ ਲੱਭੇਗਾ। ਕਹਿੰਦੇ ਮੈਂ ਵੰਗਾਰਿਆ, ਮੈਂ ਤਾੜੀ ਲਾਈ ਐ, ਮੈਂ ਨਗਾਰੇ ਵਜਾਏ ਨੇ, ਤੇ 10 ਲੱਖ ਦਾ ਘੇਰਾ ਮੇਰਾ ਕੀ ਵਿਗਾੜ ਸਕਦਾ ਸੀ, ਹਨੇਰਾ ਮੇਰਾ ਕੀ ਵਿਗਾੜ ਸਕਦਾ ਸੀ। ਮੈਂ ਕੁਰਾਨ, ਮੈਂ ਖੁਦਾ ਦੇ ਨਾਮ ਦੀ ਕਸਮ ਹੇਠ ਸੀ ਤੇ ਖੁਦਾ ਇਸ ਹਨੇਰੇ ਵਿੱਚ ਸੂਰਜ ਬਣ ਗਿਆ ਮੇਰੇ, ਕਿ ਯਸਦਾ ਬਰੋ ਰਹਿਨੁਮਾ ਆਏ ਦਸ਼। ਰਹਿਨੁਮਾ ਰਸਤਾ ਦਿਖਾਉਣ ਵਾਲਾ, ਆਏ ਦਸ਼ ਆਮਦਾ ਹੈ ਜਦੋਂ ਰਸਤਾ ਦਿਖਾਉਣ ਵਾਲਾ ਆ ਜੇ, ਫਿਰ ਹਨੇਰਾ ਕੀ ਕਰੇ। ਮੈਨੂੰ ਰਸਤਾ ਦਿਖਾਉਣ ਮੇਰਾ ਖੁਦਾ ਆ ਗਿਆ, ਮੈਨੂੰ ਇਸ ਚਮਕੌਰ ਦੀ ਗੜੀ ਵਿੱਚੋਂ ਕਹਿੰਦੇ ਮੇਰੇ ਖੁਦਾ ਨੇ ਕੱਢਿਆ ਹੈ, ਉਸ ਪਰਮਾਤਮਾ ਨੇ ਕੱਢਿਆ ਹੈ। ਮੇਰਾ ਤੂੰ ਕੀ ਵਿਗਾੜ ਸਕਦਾ ਸੀ। ਕਈ ਕਹਿ ਦਿੰਦੇ ਜੀ ਕੁਰਾਨ 'ਚ ਰੱਬ ਕਿਉਂ ਦਿਖਿਆ। ਵੇਖੋ ਜਿੱਥੇ ਰੱਬ ਦੀ ਉਸਤਤ ਹੈ, ਕਲਗੀਧਰ ਨੂੰ ਤੇ ਹਰੇਕ 'ਚ ਰੱਬ ਦਿਖਦਾ। ਕੱਲ ਰਾਤ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਤੇ ਦਾਸ ਸਰਵਣ ਕਰ ਰਿਹਾ ਸੀ, ਪੜ ਰਹੇ ਸੀ ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਬ੍ਰਿਸ਼ਸ ਤੂੰ ਹੀ, ਪੱਤਸ ਤੂੰ ਹੀ। ਕਲਗੀਆਂ ਵਾਲਿਆਂ ਨੂੰ ਪੱਤਿਆਂ 'ਚ, ਰੁੱਖਾਂ ਵਿੱਚ, ਨਦੀਆਂ ਵਿੱਚ, ਨਾਲਿਆਂ ਵਿੱਚ, ਛਿਤਸ ਤੂੰ ਹੀ, ਉਰਦਸ ਤੂੰ ਹੀ, ਪੱਤਿਆਂ ਧਰਤੀਆਂ ਆਕਾਸ਼ ਵਿੱਚ, ਜਮਾ ਤੂੰ ਹੀ, ਮੱਕੀ ਤੂੰ ਹੀ, ਤੇ ਅੰਤ ਨੂੰ ਸਾਰਿਆਂ 'ਚ ਦੇਖਣ ਲੱਗ ਪਿਆ ਤੇ ਅਖੀਰ ਤੇ ਕਹਿੰਦੇ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। ਕੁਰਾਨ 'ਚ ਕਿਉਂ ਨਾ ਦਿਖੇ ਭਾਈ, ਗੀਤਾ 'ਚ ਕਿਉਂ ਨਾ ਦਿਖੇ, ਗੁਰੂ ਗ੍ਰੰਥ ਸਾਹਿਬ ਤੇ ਹੈ ਹੀ ਉਹਦਾ ਅਵਤਾਰ। ਜਿੱਥੇ ਰੱਬ ਦਾ ਨਾਮ ਹੈ ਨਫ਼ਰਤ ਨਾ ਕਰਿਆ ਕਰ। ਠੀਕ ਹੈ, ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਪਰ ਹੋਰਾਂ ਨੂੰ ਮਾੜਾ ਨਾ ਆਖ। ਇਹਨਾਂ ਤੇ ਯਕੀਨ ਕਰਦੇ ਨੇ ਧਾਰਮਿਕ ਗ੍ਰੰਥਾਂ ਤੇ, ਮੰਨਣ ਜਾਂ ਨਾ ਮੰਨਣ ਪਰ ਯਕੀਨ ਹੈ, ਕਿਉਂਕਿ ਕੁੱਲ ਦੁਨੀਆ ਦੇ ਮੁਸਲਮਾਨ ਵੀਰਾਂ ਨੇ ਕਸਮ ਤੇ ਨਿਸ਼ਚਾ ਹੀ ਢਾ ਲੈਣਾ ਸੀ ਜੇ ਗੁਰੂ ਸਾਹਿਬ ਨਾ ਖਾਂਦੇ ਕਸਮ ਵੀ ਇਹਦੇ ਝੂਠੀ ਹੁੰਦੀ ਹੈ। ਕਹਿੰਦੇ ਵੇਖ ਆਪਣੇ ਨਾਮ ਦੀ ਲਾਜ ਖੁਦਾ ਨੇ ਰੱਖੀ ਹੈ, ਮੇਰਾ ਰਹਿਨੁਮਾ ਬਣ ਕੇ ਆ ਗਿਆ ਹੈ। ਤੇ ਜਦੋਂ ਕੋਈ ਰਹਿਨੁਮਾ ਬਣ ਕੇ ਆ ਜਾਵੇ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਦਾ ਕੁਝ ਨਹੀਂ ਵਿਗੜਦਾ। ਵੇਖੋ ਇੱਕ ਮਰਯਾਦਾ ਹੈ ਵੀ ਸੂਰਜ ਅਤੇ ਚੰਦਰਮਾ ਗੁਲਾਮ ਨਹੀਂ ਰਹਿ ਸਕਦੇ। ਖੈਰ ਜਿਨ੍ਹਾਂ ਨੇ ਆਖਿਆ ਸੀ 5 ਨੂੰ ਮਨਾਓ, ਕੱਲ ਮੈਂ ਵੇਖਿਆ ਵੀ ਕੋਈ ਫਰਕ ਨਹੀਂ ਪਿਆ। ਸੰਗਤਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ। ਸੂਰਜ ਅਤੇ ਚੰਦਰਮਾ ਕਦੇ ਵੀ ਬੰਨੇ ਨਹੀਂ ਜਾ ਸਕਦੇ। ਕਿਸੇ ਨੇ ਇੱਕ ਕੈਲੰਡਰ ਛਾਪਿਆ ਸੀ, ਨਾਨਕਸ਼ਾਹੀ ਕੈਲੰਡਰ, ਨਾਨਕ ਦਾ ਨਾਮ ਵਰਤਿਆ ਗਿਆ ਤੇ 2003 ਵਿੱਚ ਲਾਗੂ ਹੋਇਆ ਕੀ ਵੀ ਉਹ ਈਸਵੀ ਅਨੁਸਾਰ ਕਰ ਦਿੱਤਾ ਗਿਆ। ਡੇਟਾ ਫਿਕਸ ਨੇ ਈਸਵੀ ਵਿੱਚ, ਪਰ ਜੇ ਡੇਟਾ ਵਾਹਿਗੁਰੂ ਫਿਕਸ ਕੀਤਿਆਂ ਹੀ ਗੱਲ ਬਣਦੀ ਹੈ ਤੇ ਮਹਾਰਾਜ ਤੇ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਵੀ ਗੁਰੂ ਨਾਨਕ ਦੇ ਹੁਕਮ ਵਿੱਚ ਸੂਰਜ ਚੰਦਰਮਾ ਹੈ, ਮੰਨਿਆ ਨਹੀਂ ਜਾ ਸਕਦਾ। ਪਹਿਲਾ ਸਵਾਲ ਇਹ ਹੈ ਜੀ ਡੇਟਾ ਫਿਕਸ ਨਹੀਂ, ਬਿਕਰਮੀ ਕੈਲੰਡਰ। ਦੇਖੋ ਉਹ ਬੰਦੇ ਦੇ ਹੱਥ ਵਿੱਚ ਨਹੀਂ ਆਵੇਗਾ। ਜੇ ਦੁਨੀਆ ਹੀ ਨਾ ਰਵੇ, ਗਰ ਕੀ ਕਰ ਦਵੇ ਤੇ ਕੀ ਕਰੇਗਾ ਕੈਲੰਡਰ ਬਣਾਇਆ। ਫਿਰ ਕਹਿੰਦੇ ਜੀ ਸਿੱਖਾਂ ਦੀ ਵੱਖਰੀ ਹੋਂਦ ਇਹ ਕੈਲੰਡਰ ਪੈਦਾ ਕਰਦਾ। ਸਮਝਿਓ, ਪਹਿਲਾ ਸਵਾਲ ਇਹ ਹੈ ਵੀ ਡੇਟਾ ਨਹੀਂ ਫਿਕਸ। ਦੂਜਾ ਸਵਾਲ ਇਹ ਹੈ ਵੀ ਜਿਹੜਾ ਪੁਰਾਤਨ ਕੈਲੰਡਰ ਹੈ ਨਾ, ਇਹਦੇ ਵਿੱਚ ਕਈ ਸਾਲ ਦਸਮ ਪਾਤਸ਼ਾਹ ਦਾ ਦਿਹਾੜਾ ਹੀ ਨਹੀਂ ਆਉਂਦਾ। ਮੈਂ ਪੁੱਛਿਆ ਜੀ ਕਦੋਂ ਨਹੀਂ ਆਇਆ, ਕਹਿੰਦੇ ਜੀ 15 ਵਿੱਚ ਨਹੀਂ ਆਇਆ। 16 ਚ ਹੀ 2 ਵਾਰ ਆ ਜਾਣਾ, ਇੱਕ 16 ਜਨਵਰੀ ਨੂੰ ਆ ਗਿਆ, ਇੱਕ ਦਸੰਬਰ ਚ ਆਵੇਗਾ, ਤੇ 27 ਸਾਲ ਨਹੀਂ ਆਉਣਾ। ਅਸੀਂ ਇੱਥੇ ਹੀ ਭੁਲੇਖਾ ਖਾ ਗਏ। ਜਿਹੜਾ ਨਹੀਂ ਆਉਣਾ ਉਹ ਈਸਵੀ ਅਨੁਸਾਰ ਨਹੀਂ ਆਉਣਾ। 7 ਪੋਹ ਨੂੰ
ਪ੍ਰਕਾਸ਼ ਹੋਇਆ ਹੈ ਤੇ ਮੈਨੂੰ ਦੱਸੋ ਵੀ ਕਿਹੜੇ ਬਿਕਰਮੀ ਨਾਨਕਸ਼ਾਹੀ ਸੰਮਤ ਵਿੱਚ 7 ਪੋਹ ਹਰ ਸਾਲ ਨਹੀਂ ਆਉਂਦਾ। ਉਹ ਕਮਲਿਆ ਬਣਾ ਦਿੱਤਾ ਗਿਆ ਸਿੱਖਾ ਤੈਨੂੰ, ਕਹਿੰਦਾ ਵੀ ਆਉਣਾ ਹੀ ਨਹੀਂ। ਠੀਕ ਹੈ, ਮੰਨਦਾ ਨਹੀਂ ਆਉਣਾ, ਪਰ ਆਉਣਾ ਈਸਵੀ ਕੈਲੰਡਰ ਵਿੱਚ ਨਹੀਂ। ਤੇ ਅਸੀਂ ਈਸਵੀ ਤੋਂ ਕੀ ਲੈਣਾ, ਅਸੀਂ ਗੋਰਿਆਂ ਤੋਂ ਕੀ ਲੈਣਾ? ਨਹੀਂ ਜੀ, ਸਿੱਖ ਧਰਮ ਦੀ ਵੱਖਰੀ ਹੋਂਦ ਹੈ। ਜੇ ਸਿੱਖ ਧਰਮ ਕੈਲੰਡਰ ਨਾਲ ਹੀ ਵੱਖਰਾ ਹੁੰਦਾ ਸੀ ਤੇ 12ਵਾਂ ਬਿਕਰਮੀ ਨਾਲ ਕਿਉਂ ਲਿਖੇ ਗਏ? ਫਿਰ ਤੇ 12ਵਾਂ ਵੀ ਝੂਠੇ ਹੋ ਜਾਣਗੇ। ਮੈਂ ਦੱਸਦਾ ਸਿੱਖਾਂ ਦੀ ਹੋਂਦ ਕਿੱਦਾਂ ਵੱਖਰੀ ਹੋਈ ਹੈ। ਬਾਪੂ ਨੇ ਆਨੰਦਾਂ ਦੀ ਪੁਰੀ ਵਿੱਚ ਖਲੋ ਕੇ ਫਿਰ ਤਖਤ ਉੱਤੇ ਇੱਕ ਵੰਗਾਰ ਪਾਈ ਸੀ, ਜੈਤਿਆ ਤੈਨੂੰ ਦਿੱਲੀ ਵਿੱਚ ਕੋਈ ਸਿੱਖ ਨਹੀਂ ਦਿਖਿਆ, ਹਜ਼ਾਰਾਂ ਦੀ ਗਿਣਤੀ ਵਿੱਚ ਮੇਰੇ ਸਹਿਜਧਾਰੀ ਸਿੱਖ ਨੇ। ਅੱਜ ਦੁਨੀਆ ਦੇ ਉੱਤੇ ਐਸਾ ਸਿੱਖ ਪੈਦਾ ਕਰਾਂਗਾ ਜਿਹੜਾ ਲੱਖਾਂ ਦੀ ਗਿਣਤੀ ਤੋਂ ਕੱਲਾ ਦਿਖੇਗਾ। ਕੇਸ ਰਖਾਵਾਂਗਾ, ਲਿਬਾਸ ਪਹਿਨਾਵਾਂਗਾ। ਸਿੱਖੀ ਤੇਰੀ ਵੱਖਰੀ ਕੇਸਾਂ ਨਾਲ ਹੋਈ ਹੈ, ਲਿਬਾਸ ਨਾਲ ਹੋਈ ਹੈ, ਕੈਲੰਡਰ ਨਾਲ ਨਹੀਂ। ਨਾਲ ਇਹ ਵੀ ਕਹਿ ਦਿੰਦਾ ਯਾਰ ਇਹ ਕੈਲੰਡਰ ਗਲਤ ਹੈ, 12ਵਾਂ ਹੋਰ ਤਰੀਕੇ ਨਾਲ। ਮੈਂ ਤੁਹਾਨੂੰ ਨਾ ਈਸਵੀ ਨਾਲ ਜੋੜ ਕੇ ਵੱਖਰਾ ਕਰਨ ਲੱਗਾ। ਤੂੰ ਸਿਆਣਾ ਹੋ ਗਿਆ ਕਲਗੀਧਰ ਨਾਲ। ਰਾਜੇ ਰਣਜੀਤ ਸਿੰਘ ਨੇ ਸਿੱਕੇ ਚਲਾਏ, ਉੱਤੇ ਲਿਖਿਆ ਨਾਨਕਸ਼ਾਹੀ ਸੰਮਤ। ਜਿਵੇਂ ਬਿਕਰਮੀ ਕੋਈ ਸੂਰਜ ਨਾਲ ਚੱਲਦਾ, ਕੋਈ ਚੰਦਰਮੇ ਨਾਲ, ਇਦਾਂ ਹੀ ਸਾਡਾ ਕੈਲੰਡਰ ਬਿਕਰਮੀ ਦੇ ਨਾਲ ਚੱਲਦਾ ਹੈ। ਨਾ ਗੁਰੂ ਨਾਨਕ ਦੇ ਅਵਤਾਰ ਤੋਂ ਪੈ ਗਿਆ ਨਾਨਕਸ਼ਾਹੀ ਸੰਮਤ ਕੈਲੰਡਰ। ਉਦੋਂ ਦਾ ਚੱਲਦਾ, ਅਸੀਂ ਕਹਿ ਦਿੱਤਾ ਜੀ 2003 ਚ ਬਣਿਆ ਹੈ। ਨਾਮ ਉਹ ਵਰਤ ਲਿਆ, ਕੈਲੰਡਰ ਈਸਵੀ ਲਾਗੂ ਹੋ ਗਿਆ, ਅਸੀਂ ਗੁੰਮਰਾਹ ਹੋ ਗਏ। ਕਹਿ ਦਿੰਦੇ ਜੀ RSS ਕਰਾਉਂਦੀ ਆ। ਮੈਂ ਇੱਕ ਗੱਲ ਕਹਿਣਾ, ਕਲਗੀਧਰ ਦੇ ਪੰਥ ਨੂੰ ਕਿਸੇ ਦੁੱਕੀ ਤਿੱਕੀ ਦਾ ਖਤਰਾ ਨਹੀਂ। ਜਿਹਦੀ ਪਿੱਠ ਤੇ 1.25 ਲੱਖ ਨਾਲ ਲਾਉਣ ਵਾਲਾ ਖਲੋਤਾ ਹੋਵੇ, ਉਹਨੂੰ ਕੋਈ ਏਜੰਸੀ ਕੀ ਖਤਮ ਕਰੇਗੀ? ਤੇ ਜਦੋਂ ਦਾ ਇਹ ਕੈਲੰਡਰ ਚੱਲਦਾ, ਰਾਜੇ ਰਣਜੀਤ ਸਿੰਘ ਵੇਲੇ ਕੋਈ 300 ਕੋਈ 400 ਸਾਲ ਪਹਿਲਾਂ ਜੇ ਤੇ RSS ਹੈਗੀ ਸੀ, ਤੇ ਫਿਰ ਮੈਂ ਵੀ ਸੰਮਤ ਨੂੰ ਰੱਦ ਕਰਦਾ ਤੁਹਾਡੇ ਨਾਲ ਰਲ ਕੇ। ਜੇ ਉਦੋਂ ਨਹੀਂ ਸੀ ਤੇ ਹੁਣ ਕੀ ਗੱਲ ਹੋ ਗਈ? 300 ਸਾਲ ਤੋਂ ਲੋਕ ਕਮਲੇ ਹੀ ਸਨ। ਕਹਿੰਦੇ ਜੀ ਸੋਧ ਕਰਨੀ ਚਾਹੀਦੀ ਹੈ। ਮੈਂ ਸਮਾਪਤੀ ਕਰਾਂ। ਸੋਧ ਉੱਥੇ ਹੁੰਦੀ ਹੈ ਜਿੱਥੇ ਅਧੂਰਾਪਨ ਹੋਵੇ। ਤੇ ਬਾਣੀ ਵਿੱਚ ਤੇ ਲਿਖਿਆ ਪੂਰੇ ਕਾ ਕੀਆ ਸਭ ਕਿਛ ਪੂਰਾ। ਜੋ ਖਸਮ ਨੇ ਕੀਤਾ ਹੈ, ਵਿਦਵਾਨਾਂ ਨੂੰ ਬਿਠਾਉਣ ਦੀ ਲੋੜ ਨਹੀਂ। ਵਿਦਵਾਨ ਗੁਰੂ ਨਾਨਕ ਨੂੰ ਵੱਡੇ ਨੇ, ਵਿਦਵਾਨ 12ਵਾਂ ਲਿਖਣ ਵਾਲੇ ਗੁਰੂ ਅਰਜਨ ਸਾਹਿਬ ਨੂੰ ਵੱਡੇ ਨੇ। ਮੈਂ ਸਨਿਮਰ ਬੇਨਤੀ ਕਰਾਂ, ਧੜੇ ਬੰਦੀਆਂ ਠੀਕ ਹੈ, ਸਿਆਸਤ ਦੀ ਵੱਖਰੀ ਖੇਡ ਹੈ, ਪਰ ਅਕਾਲ ਤਖਤ ਦੀ ਮਰਿਆਦਾ ਨੂੰ ਸਭ ਨੂੰ ਮੰਨਣਾ ਚਾਹੀਦਾ। ਇਹ ਨਾਨਕਸ਼ਾਹੀ ਸੰਮਤ ਗੁਰੂ ਨਾਨਕ ਤੋਂ ਚੱਲਿਆ ਹੈ। ਸਿੱਖ ਗੁੰਮਰਾਹ ਹੋਣ ਤੋਂ ਬਚਨ। ਸੂਰਜ ਚੰਦਰਮਿਆਂ ਤੇ ਕੋਈ ਬੰਦਿਸ਼ ਨਹੀਂ ਹੁੰਦੀ। ਦੀਨ ਦੁਨੀਆ ਦੇ